ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਖਬਰਾਂ ਜੋ ਅਸੀਂ ਪੜ੍ਹਦੇ ਦੇਖਦੇ ਸੁਣਦੇ ਹਾਂ ਉਹਨਾਂ ਦੇ ਪਿੱਛੇ ਬਹੁਤ ਸਾਰੇ ਤੱਥ ਲੁਕੇ ਹੁੰਦੇ ਨੇ। ਇਹਨਾਂ ਹੀ ਤੱਥਾਂ ਦੀ ਵਿਸ਼ਲੇਸ਼ਣਾ ਕਰਦੇ ਨੇ ਸਾਡੇ ਪੱਤਰਕਾਰੀ ਦਾ ਲੰਬਾ ਅਨੁਭਵ ਰੱਖਦੇ ਹੋਏ ਵਿਸ਼ਲੇਸ਼ਕ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਹੈ ਉਹ ਨੇ ਮਦਨਦੀਪ जी। आओ करते हैं इन्हों स्वागत। मदनदीप जी बहुत बहुत स्वागत है तुहाडा। धन्यवाद जी, सत श्री अकाल जी। सब तो पहला जिस खबर ने अपना ध्यान साडे वल खिंचिया वो है प्रधानमंत्री नरेंद्र मोदी ने केंद्रीय कैबिनेट दे विच विस्तार किया है। 43 नवे मंत्रियों की एंट्री हुई है, की कहना चाहोगे? देखो ये कहण वाली जी गल्लां आ बहुत सारियां ने, पर जिहड़ियां गल्लां ने मैनूं प्रभावित किया मैं पहला वो गल करनी जरूरी समझदा जी। प्रभावित इस करके किया, पहली बार मैनू ये महसूस होया है कि जिहड़ी केंद्रीय कैबिनेट आ उहदे विच एक नौजवानों नूं तरजीह दी गई है, खास करके नौजवानों नूं, फिर औरतों नूं काफ़ी तरजीह दी गई है। ये पहली बार इस तरह का जिहड़ा हैगा मेरा ख्याल है भी साडे जिहड़े राजनीति के इतिहास विच पहली इस तरह की घटना जिहड़ी हैगी वो मेरे लिए पहली है जी। सो जिवें कि 7 जिहड़ियां औरतां आ उन्हां नूं कैबिनेट का मंत्री बनाया गया। ਉਹਦੇ ਤੋਂ ਇਲਾਵਾ ਜਿਹੜੇ ਪਹਿਲਾਂ ਹੁਣ ਇਸ ਵੇਲੇ ਸਾਰੇ ਜਿੰਨੇ ਵੀ ਕੈਬਨਿਟ ਦੇ ਮੰਤਰੀ ਉਹਨਾਂ ਦੀ ਜਿਹੜੀ ਉਮਰ ਹੈ ਜਿਹੜੀ ਜਿਹਨੂੰ ਅਸੀਂ ਕਹਿ ਲਈਏ ਅਨੁਮਾਨਿਤ ਉਮਰ ਜਿਹੜੀ ਹੈਗੀ ਹੈ ਉਹ 58 ਸਾਲ ਬਣਦੀ ਹੈ। ਔਰ ਜਿਹੜੇ ਕੱਲ ਜਿਨ੍ਹਾਂ ਨੂੰ 43 ਮੰਤਰੀਆਂ ਨੂੰ ਜਿਹੜਾ ਓਥ ਦਿੱਤੀ ਗਈ ਹੈ, ਕਰਵਾਈ ਗਈ ਹੈ, ਉਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਨਹੀਂ ਕਿ 56 ਸਾਲ ਦੀ ਹੈ। ਯਾਨੀ ਤੁਸੀਂ ਦੇਖੋ ਕਿ ਇਹ ਲੋੜ ਮਹਿਸੂਸ ਕੀਤੀ ਜਾ ਰਹੀ, ਜਿਵੇਂ ਕਿ ਹਿੰਦੁਸਤਾਨ ਵੈਸੇ ਵੀ ਜਵਾਨੀ ਦਾ ਦੇਸ਼ ਮੰਨਿਆ ਜਾਂਦਾ, ਨੌਜਵਾਨਾਂ ਦਾ ਦੇਸ਼ ਮੰਨਿਆ ਜਾਂਦਾ ਆ, ਤਾਂ ਉਹਦੇ ਵਿੱਚ ਇੱਕ ਇਹ ਵੀ ਯਤਨ ਕੀਤਾ ਗਿਆ ਹੈ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਰਾਜਨੀਤੀ ਵੱਲ ਪ੍ਰਭਾਵਿਤ ਕੀਤਾ ਜਾਏ ਜੀ। ਆਮ ਤੌਰ 'ਤੇ ਗਿਲਾ ਰਹਿੰਦਾ ਸੀ ਕਿ ਜਿਹੜੇ ਨੌਜਵਾਨ ਆ ਉਹਨਾਂ ਨੂੰ ਜਾਂ ਤਾਂ ਰਾਜਨੀਤੀ ਦੇ ਵਿੱਚ ਆਉਣ ਨਹੀਂ ਦਿੱਤਾ ਜਾਂਦਾ, ਜੇ ਰਾਜਨੀਤੀ ਦੇ ਵਿੱਚ ਆਉਂਦੇ ਵੀ ਹੈ ਤਾਂ ਉਹਨਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਜੀ। ਪਰ ਇਹ ਚੰਗੀ ਗੱਲ ਹੈ ਕਿ ਪਹਿਲੀ ਵਾਰ ਜਿਹੜੀ ਹੈਗੀ ਹੈ ਤਰਜੀਹ ਜਵਾਨੀ ਨੂੰ ਤਰਜੀਹ ਦਿੱਤੀ ਗਈ ਹੈ, ਕਿਉਂਕਿ 56 ਤੋਂ 58 ਸਾਲ ਦੀ ਉਮਰ ਜਿਹੜੀ ਹੈ ਉਹ कोई बहुत ज़्यादा उम्र नहीं मन्नी जाती। सो इस करके एक अच्छी गल हैगी है, सब तो अच्छी गल ये हैगी। फिर औरतों नूं 7 औरतों नूं उहदे विच जगह देनी ये भी अपने आप च अच्छी गल हैगी। पर कुछ जिहड़े मंत्री हैगे उन्हां नूं पदोन्नत कीता गया जी। खास करके अनुराग ठाकुर की गल करिए, अनुराग ठाकुर नूं पहला राज मंत्री सी, उन्होंने मंत्री बनाया गया, फुल फलाइड कैबिनेट का रैंक दिता गया है। फिर इहदे विच जिहड़ा हैगा ਜਿਹੜੇ ਪਛੜੇ ਵਰਗ ਆ ਤੇ ਦਲਿਤਾਂ ਨੂੰ ਬਹੁਤ ਤਰਜੀਹ ਦਿੱਤੀ ਗਈ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮੈਂ ਸਮਝਦਾ ਹਾਂ ਵੀ ਇਹਨਾਂ ਦਾ ਅੱਗੇ ਜਾ ਕੇ ਅਸਰ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਲਾਜ਼ਮੀ ਤੌਰ 'ਤੇ, ਕਿਉਂਕਿ ਜਿਹੜੇ ਖੇਤਰ ਦੇ ਵਿੱਚੋਂ ਪਛੜੇ ਹੋਏ ਵਰਗ ਨੂੰ ਜਾਂ ਦਲਿਤ ਵਰਗ ਨੂੰ ਜਾਂ ਔਰਤਾਂ ਨੂੰ ਜਿਸ ਖੇਤਰ 'ਚੋਂ ਲੈ ਕੇ ਕੈਬਨਿਟ ਦਾ ਮੰਤਰੀ ਬਣਾਇਆ ਗਿਆ ਆ ਉਹਦੇ ਵਿੱਚ ਇੱਕ ਤਾਂ ਇਹ ਅਵਸ਼ ਅਸੀਂ ਮਹਿਸੂਸ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤੀ ਵੀ ਮਿਲੇਗੀ ਜੀ। ਬਹੁਤ ਸਾਰੇ ਪਹਿਲੂ ਵਿਚਾਰੇ ਗਏ ਹੋਣਗੇ ਇਹਦੇ ਵਿੱਚ। ਆਉਣ ਵਾਲੀਆਂ ਜਿਹੜੀਆਂ ਚੋਣਾਂ ਹੈ ਵਿਧਾਨ ਸਭਾ ਦੀਆਂ, ਖਾਸ ਕਰਕੇ ਉੱਤਰ ਪ੍ਰਦੇਸ਼ ਦੀਆਂ, ਉਹਨਾਂ ਨੂੰ ਵੀ ਦੇਖਿਆ ਗਿਆ ਹੋਊਗਾ ਜੀ, ਜਾਂ ਇਹ ਵੀ ਦੇਖਿਆ ਗਿਆ ਹੋਏਗਾ ਕਿ ਕਿਹੜੇ ਮੰਤਰੀਆਂ ਨੂੰ, ਜਿਵੇਂ ਕਿ 12 ਮੰਤਰੀ ਜਿਹੜੇ ਹੈਗੇ ਆ ਉਹਨਾਂ ਤੋਂ ਜਿਹੜੇ ਅਸਤੀਫੇ ਲੈਣੇ, ਆਪਣੇ ਆਪ 'ਚ ਕੁਝ ਜਿਹੜਾ ਨਹੀਂ ਕਰ ਸਕੀ ਸਰਕਾਰ ਉਹ ਹੋਰ ਕਰਨਾ ਚਾਹੂਗੀ, ਠੀਕ ਹੈ ਨਾ। ਇਹਦੇ 'ਚ ਪਿੱਛੇ ਇਹਦੇ 'ਚ ਜਿਹੜੀ ਇੱਛਾ ਹੈ ਜਿਹੜਾ ਜੋ ਮਹਿਸੂਸ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਾਂ ਉਹਨਾਂ ਦੇ ਜਿਹੜੇ ਸੀਨੀਅਰ ਕੈਬਨਿਟ ਹੈ ਉਹਨਾਂ ਨੇ ਮਹਿਸੂਸ ਕੀਤਾ ਹੋਣਾ ਹੈ ਕਿ ਜਿਹੜੇ ਮੰਤਰੀ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਘੱਟ ਉਤਰੇ ਜਾਂ ਉਹਨਾਂ ਦੀ ਥੋੜ੍ਹੀ ਬਹੁਤ ਕਿਤੇ ਕਸਰ ਰਹਿ ਗਈ ਹੈ, ਵੀ ਕਿਉਂ ਨਾ ਉਹਨਾਂ ਦੀ ਥਾਂ 'ਤੇ ਜਿਹੜਾ ਹੈਗਾ ਵੀ ਉਹ ਲੋਕ ਲੈਂਦੇ ਜਾਣ ਜਿਨ੍ਹਾਂ ਵਿੱਚ ਉਹਨਾਂ ਨਾਲੋਂ ਊਰਜਾ ਵੱਧ ਹੋਵੇ, ਕੰਮ ਕਰਨ ਦੀ ਇੱਛਾ ਸ਼ਕਤੀ ਜ਼ਿਆਦਾ ਹੋਵੇ। ਸੋ ਇਹਦੇ ਵਿੱਚ ਜਿਹੜੇ ਨੌਜਵਾਨ ਅੱਗੇ ਲੈ ਕੇ ਆਏ ਆ ਉਹਨਾਂ ਦੇ ਇਹਦੇ 'ਚ ਇਹ ਵੀ ਆ ਵੀ ਪੰਜਾਬ ਨੂੰ ਵੀ ਖਾਸ ਕਰਕੇ ਨਾ ਪੰਜਾਬ ਦੇ ਜਿਹੜੇ ਹਰਦੀਪ ਪੁਰੀ ਜੀ ਉਹਨਾਂ ਨੂੰ ਵੀ ਉਹਨਾਂ ਦਾ ਮੰਤਰੀ ਵਿਭਾਗ ਬਦਲਿਆ ਗਿਆ ਹੈ, ਉਹਨਾਂ ਨੂੰ ਪੈਟਰੋਲੀਅਮ ਮੰਤਰੀ ਬਣਾਇਆ ਗਿਆ। ਪਹਿਲਾਂ ਉਹਨਾਂ ਕੋਲ ਜਿਹੜਾ ਵਿਭਾਗ ਸੀ ਉਹ ਵਿਭਾਗ ਜਿਹੜਾ ਉਹ ਬਦਲ ਦਿੱਤਾ ਗਿਆ ਆ। ਪਹਿਲਾਂ ਉਹਨਾਂ ਕੋਲ ਹਵਾਬਾਜ਼ੀ ਸੀਗਾ, ਠੀਕ ਹੈ ਨਾ, ਉਹ ਬਦਲ ਕੇ ਉਹਨਾਂ ਨੂੰ ਪੈਟਰੋਲੀਅਮ ਦਿੱਤਾ ਗਿਆ। ਇਸੇ ਤਰ੍ਹਾਂ ਅਸ਼ਵਨੀ ਨੂੰ ਜਿਹੜਾ ਹੈਗਾ ਉਹ ਰੇਲ ਮੰਤਰੀ ਬਣਾਇਆ ਗਿਆ। ਪਿਊਸ਼ ਗੋਇਲ ਨੂੰ ਕਪੜਾ ਅਤੇ ਵਣਜ ਦਿੱਤਾ ਗਿਆ ਆ। ਇਸੇ ਤਰ੍ਹਾਂ ਮਨਸੁਖ ਪਾਂਡਵੀਆ ਸਿਹਤ ਅਤੇ ਕੈਮੀਕਲ ਦੇ ਆ। ਕਿਰਨ ਰਿਜੂ ਨੂੰ ਜਿਹੜਾ ਹੈ ਉਹਨਾਂ ਨੂੰ ਵੀ ਪਦੋन्नत ਕੀਤਾ ਗਿਆ ਜੀ, ਉਹਨਾਂ ਨੂੰ ਕਾਨੂੰਨ ਦਿੱਤਾ ਗਿਆ। ਔਰ ਮੀਨਾਕਸ਼ੀ ਲੇਖੀ ਕਾਫੀ ਚਰਚਿਤ ਚਿਹਰਾ ਨੇ, ਉਹਨਾਂ ਨੂੰ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਜੀ।
ਕਿਉਂਕਿ ਪਹਿਲੀ ਵਾਰ ਉਹਨਾਂ ਨੂੰ ਲਿਆ ਗਿਆ, ਇਸ ਕਰਕੇ ਵਿਦੇਸ਼ ਰਾਜ ਮੰਤਰੀ ਲੈਣਾ ਜਿਹੜਾ ਉਹ ਵੀ ਖਾਸ ਜਿਹੜਾ ਅਨੁਰਾਗ ਠਾਕਰ ਵਾਲਾ ਜਿਹੜਾ ਮਹਿਕਮਾ ਆ, ਪਹਿਲਾਂ ਅਨੁਰਾਗ ਠਾਕਰ ਵੀ ਇਹਦੇ 'ਚ ਰਹੇ, ਪਰ ਅਨੁਰਾਗ ਠਾਕਰ ਦਾ ਜਿਹੜਾ ਫੁੱਲ ਫਲੈਜ ਮੰਤਰੀ ਬਣਾਉਣਾ ਆ ਹਿਮਾਚਲ ਦੇ ਵਿੱਚ, ਇਹ ਕੁਦਰਤੀ ਤੌਰ 'ਤੇ ਉਹਨਾਂ ਨੂੰ ਮਜ਼ਬੂਤੀ ਮਿਲਣੀ ਭਾਰਤੀ ਜਨਤਾ ਪਾਰਟੀ ਨੂੰ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਚਿਹਰੇ ਹੈਗੇ ਆ ਜਿਹੜੇ ਅਸੀਂ ਜੇ ਜ਼ਿਕਰ ਕਰੀਏ ਤਾਂ ਖਾਸ ਕਰਕੇ ਤੋਮਰ ਸਾਹਿਬ ਹੈ, ਉਹਨਾਂ ਨੂੰ ਨਹੀਂ ਬਦਲਿਆ ਗਿਆ। ਤੋਮਰ ਹੋਣਾ ਦੀ ਬੜੀ ਚਰਚਾ ਰਹੀ ਹੈ, ਤੁਹਾਨੂੰ ਪਤਾ, ਖਾਸ ਕਰਕੇ ਜਿਹੜਾ ਨਵੇਂ ਜਿਹੜੇ ਖੇਤੀ ਕਾਨੂੰਨ ਹੈ ਉਹਨਾਂ ਦੇ ਵਿੱਚ ਉਹਨਾਂ ਦਾ ਬੜਾ ਨਾਂ ਰਿਹਾ ਆ। ਸੋ ਤੋਮਰ ਹੋਣਾ ਨੂੰ ਨਹੀਂ ਬਦਲਿਆ ਗਿਆ। ਜੈ ਸ਼ੰਕਰ ਜਿਹੜੇ ਵਿਦੇਸ਼ ਮੰਤਰੀ ਉਹਨਾਂ ਦਾ ਅਹੁਦਾ ਉਵੇਂ ਬਰਕਰਾਰ ਰੱਖਿਆ ਗਿਆ ਆ। ਬਾਕੀ ਰਾਜਨਾਥ ਸਿੰਘ ਜੀ ਨੂੰ ਵੀ ਬਰਕਰਾਰ ਰੱਖਿਆ ਗਿਆ ਜੀ। ਸੋ ਜਿਹੜੇ ਚੰਗੇ ਇਹਨਾਂ ਦੇ ਵੱਡੇ ਜਿਹੜੇ ਨਾਂ ਹੈ ਜੀ, ਉਹਨਾਂ ਦੇ ਵਿਭਾਗਾਂ ਦੇ ਨਾਲ ਛੇੜਛਾੜ ਨਹੀਂ ਕੀਤੀ ਗਈ, ਬਲਕਿ ਇੱਕ ਅੱਧਾ ਉਹਨਾਂ ਨੂੰ ਜਿਹੜਾ ਹੈਗਾ ਹੋਰ ਦਿੱਤਾ ਗਿਆ, ਜਿਵੇਂ ਅਮਿਤ ਸ਼ਾਹ ਉਹਨਾਂ ਨੂੰ ਇੱਕ ਵੱਖਰਾ ਨਾਲ ਦਿੱਤਾ ਗਿਆ। ਸੋ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਇੱਕ ਤਵਾਜ਼ਨ ਬਣਾਉਣ ਵਾਸਤੇ ਜਿਹੜਾ ਇਹ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਅਗਵਾਈ ਵਿੱਚ, ਇਹ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਕੀਤਾ ਗਿਆ ਜੀ, ਕਿਉਂਕਿ ਸਰਕਾਰ ਦੇ ਜਿਹੜੇ ਕੰਮਕਾਜ ਆ ਕੁਦਰਤੀ ਤੌਰ 'ਤੇ ਉਹਨਾਂ ਦਾ ਵੀ ਲੇਖਾ ਜੋਖਾ ਹੋਇਆ ਹੋਣਾ ਹੈ ਜੀ। ਔਰ ਉਸ ਤੋਂ ਇਲਾਵਾ ਕੁਝ ਜਿਹੜੇ ਰਾਜਾਂ ਦੇ ਵਿੱਚ ਜਿਹੜੀਆਂ ਅਗਲੀਆਂ ਚੋਣਾਂ ਆ ਉਹਨਾਂ ਨੂੰ ਵੀ ਮੱਦੇ ਨਜ਼ਰ ਰੱਖਿਆ ਗਿਆ ਆ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਤਵਾਜ਼ਨ ਦੇ ਨਾਲ ਜਿਹੜਾ ਹੈਗਾ ਇਹ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸਰਕਾਰ ਵੱਲੋਂ, ਔਰ ਆਉਣ ਵਾਲੇ ਦਿਨਾਂ ਵਿੱਚ ਇਹਦਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਰਾਜਨੀਤਿਕ ਫਾਇਦਾ ਤਾਂ ਹੋਣਾ ਹੀ ਹੈ। ਨਾਲ ਦੇ ਨਾਲ ਸਾਨੂੰ ਇਹ ਵੀ ਇੱਕ ਉਮੀਦ ਵੱਝ ਗਈ ਹੈ ਕਿ ਜਿਹੜੇ ਨੌਜਵਾਨਾਂ ਨੂੰ ਤਰਜੀਹ ਜਿਵੇਂ ਦਿੱਤੀ ਗਈ ਹੈ, ਇਹ ਨੌਜਵਾਨ ਕੁਦਰਤੀ ਤੌਰ ਤੇ ਜਿਹੜਾ ਹੈਗਾ ਕੁਛ ਨਾ ਕੁਛ ਪਹਿਲਾਂ ਨਾਲੋਂ ਹੋਰ ਬਿਹਤਰ ਕਰਨਗੇ। ਬਿਲਕੁਲ ਜੀ, ਰੁਕ ਕਰ ਲੈਣੇ ਅਗਲੀ ਖਬਰ ਦੇ ਵੱਲ। ਕੱਲ ਦਲੀਪ ਕੁਮਾਰ ਹੋਰਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਸਪੁਰਦੇ ਖਾਕ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਦਲੀਪ ਕੁਮਾਰ ਆਪਣੇ ਆਪ 'ਚ ਇੱਕ ਇਤਿਹਾਸ ਨੇ ਜੀ। ਬਿਲਕੁਲ, ਦਲੀਪ ਕੁਮਾਰ ਨੂੰ ਜੇ ਆਪਾਂ ਯਾਦ ਕਰਦੇ ਹਾਂ ਤਾਂ ਦੇਸ਼ ਯਾਦ ਆਉਂਦਾ ਹੈ ਜੀ। ਜੇ ਦੇਸ਼ ਨੂੰ ਯਾਦ ਕਰਦੇ ਹਾਂ, ਜਿਹੜੇ ਫਿਲਮਾਂ ਦੇ ਨਾਲ ਵਾਬਸਤਾ ਹੈਗਾ, ਦਲੀਪ ਕੁਮਾਰ ਯਾਦ ਆਉਂਦਾ ਹੈ। ਦਲੀਪ ਕੁਮਾਰ ਪਾਕਿਸਤਾਨ ਦੇ ਪਿਸ਼ਾਵਰ ਦੇ ਵਿੱਚ ਪੈਦਾ ਹੋਏ ਸੀ 1922 'ਚ ਜੀ। ਔਰ ਪਿਸ਼ਾਵਰ ਇੱਕ ਸਮਾਂ ਸੀ ਜਦੋਂ ਬਰਤਾਨਵੀ ਰਾਜ ਦੇ ਮੌਕੇ ਪੰਜਾਬ ਦਾ ਹਿੱਸਾ ਸੀ ਜੀ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ, ਔਰ ਭਾਰਤ ਦੇ ਵਿੱਚ ਰਹਿ ਕੇ ਉਹਨਾਂ ਨੇ ਜੋ ਨਾਮਣਾ ਖੱਟਿਆ ਹੈ ਜੀ, ਉਹਦਾ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਬੰਦੇ ਦੇ ਮੂੰਹ ਤੇ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਹੈ ਦਲੀਪ ਕੁਮਾਰ ਦਾ ਨਾਂ ਆ ਜੀ। ਦਲੀਪ ਕੁਮਾਰ ਦੇ ਜਾਣ ਨਾਲ ਸਿਨੇਮਾ ਦਾ ਇੱਕ ਪੂਰਾ ਯੁੱਗ ਚਲੇ ਗਿਆ ਜੀ। ਇਹ ਕਿਹਾ ਜਾਂਦਾ ਹੈ ਕਿ ਦਲੀਪ ਕੁਮਾਰ ਨੇ ਇੱਕ ਨਵੀਂ ਪਰਿਭਾਸ਼ਾ ਦਿੱਤੀ ਸੀ ਸਿਨੇਮਾ ਨੂੰ ਜੀ। ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਐਕਟਰ ਉੱਥੇ ਅੱਜ ਵੀ ਤੁਸੀਂ ਦੇਖਦੇ ਹੋ ਜਿਹੜੇ ਇਹ ਦਾਅਵਾ ਕਰਦੇ ਆ ਕਿ ਅਸੀਂ ਐਕਟਿੰਗ ਜਿਹੜੀ ਹੈ ਉਹ ਦਲੀਪ ਕੁਮਾਰ ਤੋਂ ਸਿੱਖੀ ਹੈ ਜੀ। ਔਰ ਦਲੀਪ ਕੁਮਾਰ ਹਰੇਕ ਲਈ ਹਰਮਨ ਪਿਆਰੇ ਸੀ। ਸਿਰਫ ਇਹ ਨਹੀਂ ਹੈ ਕਿ ਕਿਸੇ ਖਾਸ ਲੋਕਾਂ ਦੇ ਜਾਂ ਕਿਸੇ ਖਾਸ ਵਰਗ ਦੇ ਜਾਂ ਕਿਸੇ ਖਾਸ ਉਮਰ ਦੇ, ਸਾਰਿਆਂ ਲਈ ਬੜੇ ਪਿਆਰੇ ਸੀ। ਔਰ ਉਹਨਾਂ ਨੇ ਐਕਟਿੰਗ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ, ਉਹਨਾਂ ਨੇ ਸਿਨੇਮਾ ਨੂੰ ਨਵੀਂ ਪਰਿਭਾਸ਼ਾ ਦਿੱਤੀ ਜੀ। ਔਰ ਰਾਜ ਕੁਮਾਰ ਤੇ ਦਲੀਪ ਕੁਮਾਰ ਦਾ ਅਜਿਹਾ ਨਾਂ ਆ ਜਿਹਨੂੰ ਹਰੇਕ ਦੇਸ਼ ਦੇ ਵਿੱਚ ਪਿਆਰ ਕੀਤਾ ਜਾਂਦਾ ਹੈ। ਪਾਕਿਸਤਾਨ ਦੇ ਵਿੱਚ ਦੋਨਾਂ ਦੇ ਘਰ ਸੀ, ਔਰ ਦੋਨਾਂ ਦੇ ਘਰ ਪਾਕਿਸਤਾਨ ਸਰਕਾਰ ਨੇ ਬਕਾਇਦਾ ਇੱਕ ਸੁਰੱਖਿਅਤ ਰੱਖਣ ਦਾ ਫੈਸਲਾ ਵੀ ਕੀਤਾ, ਉਹਨਾਂ ਨੂੰ ਹੈਰੀਟੇਜ ਬਣਾਉਣ ਦਾ ਵੀ ਯਤਨ ਕੀਤਾ ਗਿਆ ਸਰਕਾਰ ਵੱਲੋਂ। ਔਰ ਭਾਰਤ ਸਰਕਾਰ ਦੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਜਿਹੜੇ ਵੱਡੇ ਮਾਣ ਸਨਮਾਨ ਹੈ ਉਹ ਦਲੀਪ ਕੁਮਾਰ ਉਹਨਾਂ ਦੇ ਨਾਂ 'ਤੇ ਹੈਗੇ ਜੀ। ਔਰ ਇੰਨੇ ਮਾਣ ਸਨਮਾਨ ਕਿਸੇ ਹੋਰ ਐਕਟਰ ਦੇ ਨਾਂ 'ਤੇ ਨਹੀਂ ਹੈਗੇ ਜਿੰਨੇ ਉਹਨਾਂ ਨੂੰ ਦਿੱਤੇ ਗਏ ਆ। ਸੋ ਦਲੀਪ ਕੁਮਾਰ ਦੇ ਜਾਣ ਨਾਲ ਹਾਲਾਂਕਿ ਇੱਕ ਚੰਗੀ ਉਮਰ ਭੋਗ ਕੇ ਗਏ ਆ, ਫਿਰ ਵੀ ਉਹਨਾਂ ਨੂੰ ਹਮੇਸ਼ਾ ਜਦੋਂ ਗਏ ਆ, ਬਹੁਤ ਸਾਰੇ ਮੈਂ ਟੀਵੀ ਤੇ ਦੇਖ ਰਿਹਾ ਸੀ, ਬਹੁਤ ਸਾਰੇ ਲੋਕਾਂ ਦੀ ਅੱਖਾਂ ਨਮ ਸੀ ਔਰ ਉਹਨਾਂ ਨੂੰ ਬਹੁਤ ਹੀ ਸਰਕਾਰੀ ਸਨਮਾਨਾਂ ਨਾਲ ਜਿਹੜਾ ਹੈ ਉਹਨਾਂ ਨੂੰ ਇਸ ਧਰਤੀ ਤੋਂ ਵਿਦਾ ਕੀਤਾ ਗਿਆ। ਸੋ ਮਾਣ ਰਹੇਗਾ ਭਾਰਤ ਨੂੰ ਦਲੀਪ ਕੁਮਾਰ ਦੇ ਨਾਂ ਤੇ ਜੀ। ਜੀ ਜੀ ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੀ ਵੱਲ। ਦਿੱਲੀ ਦੇ ਵਿੱਚ ਮਦਨਦੀਪ ਜੀ ਕੱਲ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਸ਼ਾਂਤ ਕਿਸ਼ੋਰ ਦੀ ਮਿਲਣੀ ਹੋਈ ਹੈ, ਮੀਟਿੰਗ ਹੋਈ ਹੈ, ਔਰ ਚਰਚਾ ਇਹ ਹੈ ਕਿ ਸ਼ਾਇਦ ਪੰਜਾਬ ਕੈਬਨਿਟ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਫੇਰ ਬਦਲ ਦੇਖਣ ਨੂੰ ਮਿਲੇ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜੇ ਆਪਾਂ ਗੱਲ ਕਰੀਏ ਪੰਜਾਬ ਕਾਂਗਰਸ ਦੀ ਜੀ, ਪੰਜਾਬ ਦੇ ਅੰਦਰ ਤਾਂ ਹਾਲਾਤ ਬਹੁਤੇ ਹੱਕ 'ਚ ਨਹੀਂ ਹੈਗੇ ਕਾਂਗਰਸ ਜੀ। ਬਹੁਤ ਸਾਰੇ ਮਸਲੇ ਆ, ਇਕੱਲਾ ਇਹ ਨਹੀਂ ਕਿ ਬਿਜਲੀ ਦਾ ਜ਼ਿਆਦਾ ਅੱਜ ਕੱਲ੍ਹ ਮਸਲਾ ਚੱਲਿਆ ਹੋਇਆ। ਬਿਜਲੀ ਦਾ ਜੋ ਹਾਲਾਤ ਆ, ਇਹ ਇੱਕ ਵਾਰ ਅਸੀਂ ਇਹ ਮਹਿਸੂਸ ਕਰ ਰਹੇ ਸੀ ਕਿ ਪੰਜਾਬ ਆਤਮ ਨਿਰਭਰ ਹੈਗਾ, ਪੰਜਾਬ ਕੋਲੇ ਵਾਧੂ ਬਿਜਲੀ ਹੈ, ਪੰਜਾਬ ਅੱਗੇ ਬਿਜਲੀ ਵੇਚਣ ਦੇ ਕਾਬਲ ਹੋ ਗਿਆ ਆ, ਇੰਨੀ ਬਿਜਲੀ ਦੀ ਪੈਦਾਵਾਰ ਹੈਗੀ ਹੈ। ਪਰ ਉਹ ਸਾਰਾ ਕੁਛ ਅੱਜ ਜਿਹੜਾ ਹੈਗਾ ਇੱਕ ਵਾਰ ਆਪਾਂ ਦੇਖ ਰਹੇ ਹਾਂ ਕਿ ਬੜੀ ਬੁਰੀ ਤਰ੍ਹਾਂ ਨਾਲ
ਕ੍ਰੈਸ਼ ਹੋ ਗਿਆ ਬੜੀ ਬੁਰੀ ਤਰ੍ਹਾਂ ਨਾਲ ਫੇਰ ਹੋਇਆ ਸੀ, ਜੀ। ਜਿਹੜਾ ਢਾਂਚਾ ਸੀ ਇਹਨਾਂ ਦਾ। ਔਰ ਉਹਨੂੰ ਲੈ ਕੇ ਖਾਸ ਕਰਕੇ ਜਿਹੜੀ ਪਹਿਲਾਂ ਦੀ ਜਿਹੜੀ ਬਿਆਨਬਾਜ਼ੀਆਂ ਸੀ, ਇੱਕ ਵੇ ਆਪਾਂ ਦੇਖਦੇ ਆਏ ਹਾਂ ਕਿ ਕੁਝ ਮੁੱਦਿਆਂ ਨੂੰ ਲੈ ਕੇ ਜਿਹੜੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਜੀ ਕਿ ਮੈਂ ਆ ਕੰਮ, ਮਿਸਾਲ ਦੇ ਤੌਰ ਤੇ ਨਸ਼ਿਆਂ ਦਾ ਮਾਮਲਾ ਸੀ ਜਾਂ ਬਰਗਾੜੀ ਵਾਲਾ ਜੋ ਵੀ ਸੀ, ਕਿ ਮੈਂ ਆਉਣ ਵਾਲੇ ਦਿਨਾਂ 'ਚ ਇੰਨੇ ਦਿਨਾਂ 'ਚ ਜਿਹੜਾ ਇਹਦਾ ਹੱਲ ਕਰ ਦਿਆਂਗਾ। ਜੀ ਪਰ ਕਿਤੇ ਵੀ ਜੇ ਅਸੀਂ ਉਹਨੂੰ ਦੇਖੀਏ ਅਮਲੀ ਰੂਪ 'ਚ ਤਾਂ ਕਿਤੇ ਅਸੀਂ ਕਿਉਂ ਕਾਂਗਰਸ ਦੇ ਅੰਦਰ ਹੀ ਨਮੋਸ਼ੀ ਹੈ ਇਸ ਮਾਮਲੇ ਨੂੰ ਲੈ ਕੇ ਕਿ ਜੋ ਕਰਨਾ ਚਾਹੀਦਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤਾ। ਔਰ ਕੈਬਨਿਟ, ਕਾਂਗਰਸ ਦੇ ਕੈਬਨਿਟ ਦੇ ਵਿੱਚੋਂ, ਪੰਜਾਬ ਕੈਬਨਿਟ ਦੇ ਵਿੱਚੋਂ ਸੀਨੀਅਰ ਮੰਤਰੀ ਇਹ ਗੱਲ ਕਹਿ ਰਹੇ ਆ ਕਿ ਅਸੀਂ ਲੋਕਾਂ ਕੋਲੇ ਅੱਗੇ ਵੋਟ ਕਿਹੜੇ ਮੂੰਹ ਨਾਲ ਮੰਗਣ ਜਾਵਾਂਗੇ, ਠੀਕ ਹੈ ਨਾ, ਅਗਲੀਆਂ ਚੋਣਾਂ 'ਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਲੋਕਾਂ ਕੋਲੇ। ਇਸ ਤਰ੍ਹਾਂ ਦੇ ਸਵਾਲ ਉੱਠਣ ਲੱਗ ਗਏ ਸੀ। ਔਰ ਜਦੋਂ ਇਸ ਤਰ੍ਹਾਂ ਦੇ ਸਵਾਲ ਉੱਠਣ ਲੱਗ ਜਾਣ ਤਾਂ ਕੁਦਰਤੀ ਗੱਲ ਆ ਵੀ ਬਹੁਤ ਸਾਰਾ ਜਿਹੜਾ ਹੈਗਾ ਨਵਾਂ ਸੋਚਣਾ ਪੈਂਦਾ ਵੀ ਕੀ ਕੀਤਾ ਜਾਵੇ। ਯਾਨੀ ਕਿ ਹਾਲਾਂਕਿ ਟਾਈਮ ਨਹੀਂ ਹੈਗਾ ਹੁਣ, ਬਹੁਤਾ ਟਾਈਮ ਨਹੀਂ ਹੈ। ਚਾਹੇ ਤੁਸੀਂ ਜਿਵੇਂ ਕਿਹਾ ਕਿ ਕੈਬਨਿਟ ਨਵੀਂ ਜਿਹੜੀ ਹੈਗੀ ਉਹਦੀ ਫੇਰ ਬਦਲ ਹੋ ਸਕਦੀ ਹੈ, ਕਰ ਲੈਣ ਫੇਰ ਬਦਲ। ਜੇ ਇਹਨਾਂ ਦਿਨਾਂ ਵਿੱਚ ਕੈਬਨਿਟ 'ਚ ਫੇਰ ਬਦਲ ਵੀ ਕਰ ਲੈਣਗੇ ਤਾਂ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਣ ਲੱਗਿਆ। ਕਿੰਨੇ ਕੁ ਮਹੀਨੇ ਰਹਿ ਗਏ ਆ, 2-4 ਮਹੀਨੇ 'ਚ ਕੀ ਕਰ ਲੈਣਗੇ। ਸੋ ਇਸ ਕਰਕੇ ਇਸ ਵੇਲੇ ਜੋ ਹਾਲਾਤ ਆ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਕਰਕੇ ਉਹ ਮਾੜੇ ਆ। ਨਵਜੋਤ ਸਿੰਘ ਸਿੱਧੂ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਹਮਲਾਵਰ ਹੋ ਰਹੇ ਆ, ਲਗਾਤਾਰ ਇਹਨਾਂ ਦੀਆਂ ਪੇਸ਼ੀਆਂ ਹੋ ਰਹੀਆਂ ਦਿੱਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀਆਂ। ਇੱਕ ਵਾਰ ਖਬਰਾਂ ਇਹ ਵੀ ਸੀ ਕਿ ਉਹ ਇਸ ਗੱਲ ਤੋਂ ਨਾਰਾਜ਼ ਵੀ ਨੇ ਕਿ ਉਹਨਾਂ ਦੇ ਕਦ ਕਾਠ ਨੂੰ ਨਹੀਂ ਦੇਖਿਆ ਜਾ ਰਿਹਾ, ਵਾਰ-ਵਾਰ ਉਹਨਾਂ ਨੂੰ ਦਿੱਲੀ ਸੱਦਿਆ ਜਾ ਰਿਹਾ ਆ। ਔਰ ਇਸ ਤਰ੍ਹਾਂ ਦੇ ਪੇਸ਼ੀਆਂ ਜਿਹੜੀਆਂ ਹੈਗੀਆਂ ਉਹ ਉਹਦੇ ਤੋਂ ਪਰੇਸ਼ਾਨ ਸੀਗੇ। ਪਰ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਬੜੇ ਸੀਨੀਅਰ ਆਗੂ ਜਿਹੜੇ ਬਾਜਵੇ ਹੋਣੀ ਤੁਹਾਨੂੰ ਪਤਾ ਹੈ ਉਹ ਵੀ ਲਗਾਤਾਰ ਹਮਲਾਵਰ ਹੋਏ। ਇਸੇ ਤਰ੍ਹਾਂ ਹੋਰ ਵੀ ਕੁਝ ਜਿਹੜੇ ਸੀਨੀਅਰ ਆਗੂ ਹੈ ਉਹ ਹਮਲਾਵਰ ਹੁੰਦੇ ਰਹੇ। ਨਵਜੋਤ ਸਿੰਘ ਸਿੱਧੂ ਲਗਾਤਾਰ ਜਿਹੜੇ ਹੈਗੇ ਉਹ ਸਵਾਲ ਉਠਾਉਂਦੇ ਰਹੇ। ਔਰ ਇਹ ਸਾਰੇ ਮਸਲਿਆਂ ਨੂੰ ਲੈ ਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਅਗਲੇ ਜਿਹੜੀਆਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਕੁਝ ਮਹੀਨਿਆਂ ਤੱਕ ਉਹ ਰਾਹ ਥੋੜ੍ਹਾ ਜਿਹਾ ਕਾਂਗਰਸ ਨੂੰ ਔਖਾ ਲੱਗ ਰਿਹਾ। ਸੋ ਇਹ ਆ ਵੀ ਤਰਲੋ ਮੱਛੀ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ, ਪ੍ਰਸ਼ਾਂਤ ਕਿਸ਼ੋਰ ਨੇ ਵੀ ਇੱਕ ਵਾਰ ਜਵਾਬ ਦੇ ਦਿੱਤਾ ਸੀ, ਦੁਬਾਰਾ ਉਹਨਾਂ ਨਾਲ ਕੰਟੈਕਟ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਜਾਨ ਜਿਹੜੀ ਹੈਗੀ ਹੈ ਦੁਬਾਰਾ ਜਿਹੜੀ ਹੈ ਉਹ ਪਾਈ ਜਾਵੇ। ਬਿਲਕੁਲ ਜੀ। ਮਦਨਦੀਪ ਜੀ, ਖਬਰਾਂ ਨੂੰ, ਸਮੀਖਿਆ ਨੂੰ ਇੱਥੇ ਸਮੇਟਣਾ ਪਏਗਾ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਦਾ ਵੀ ਧੰਨਵਾਦ।